ਪੰਜਾਬ ਵਿਸ਼ਵ ਭਰ ਵਿੱਚ ਸਭ ਤੋਂ ਪ੍ਰਾਚੀਨ ਅਤੇ ਵਿਭਿੰਨ ਸੱਭਿਆਚਾਰਾਂ ਵਿੱਚੋਂ ਇੱਕ ਹੈ। ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ, ਇਸ ਲਈ ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸ ਦੇਸ਼ ਵਿੱਚੋਂ ਵਗਦੇ ਪੰਜ ਦਰਿਆ ਬਿਆਸ, ਸਤਲੁਜ, ਚਨਾਬ, ਰਾਵੀ ਅਤੇ ਜੇਹਲਮ ਹਨ, ਜੋ ਇਸ ਨੂੰ ਦੁਆਬਾ, ਮਾਝਾ ਅਤੇ ਮਾਲਵਾ ਵਿੱਚ ਵੰਡਦੇ ਹਨ। ਪੰਜਾਬੀ ਕਵਿਤਾ, ਦਰਸ਼ਨ, ਅਧਿਆਤਮਿਕਤਾ, ਸਿੱਖਿਆ, ਕਲਾਕਾਰੀ, ਸੰਗੀਤ, ਭੋਜਨ, ਵਿਗਿਆਨ, ਤਕਨਾਲੋਜੀ, ਫੌਜੀ ਯੁੱਧ, ਆਰਕੀਟੈਕਚਰ, ਪਰੰਪਰਾਵਾਂ, ਕਦਰਾਂ ਕੀਮਤਾਂ ਅਤੇ ਇਤਿਹਾਸ ਸਭ ਇਸ ਦੀਆਂ ਵਿਭਿੰਨਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੇ ਹਨ। ਪੰਜਾਬੀਆਂ ਦੇ ਜੀਵਨ ਢੰਗ ਵਿੱਚ ਪ੍ਰਦਰਸ਼ਿਤ ਹਮਦਰਦੀ ਅਤੇ ਜੋਸ਼ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ। ਪੰਜਾਬ ਇੱਕ ਮਹੱਤਵਪੂਰਨ ਖੇਤੀਬਾੜੀ ਖੇਤਰ ਵਜੋਂ ਉਭਰਿਆ, ਖਾਸ ਤੌਰ ਤੇ 1960 ਦੇ ਦਹਾਕੇ ਦੇ ਅੱਧ ਤੋਂ ਲੈ ਕੇ 1970 ਦੇ ਦਹਾਕੇ ਦੇ ਮੱਧ ਤੱਕ ਹਰੀ ਕ੍ਰਾਂਤੀ ਤੋਂ ਬਾਅਦ ਇਸ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਅੰਨਦਾਤੇ ਵਜੋਂ ਦਰਸਾਇਆ ਗਿਆ ਹੈ। ਖੇਤੀਬਾੜੀ ਅਤੇ ਵਪਾਰ ਲਈ ਜਾਣਿਆ ਜਾਣ ਤੋਂ ਇਲਾਵਾ ਪੰਜਾਬ ਬਹਾਦਰੀ ਲਈ ਜਾਣਿਆ ਜਾਣ ਵਾਲਾ ਖਿੱਤਾ ਵੀ ਹੈ। ਪੰਜਾਬ ਉਹ ਖੇਤਰ ਹੈ ਜਿਸ ਨੇ ਸਦੀਆਂ ਤੋਂ ਕਈ ਵਿਦੇਸ਼ੀ ਹਮਲਿਆਂ ਦਾ ਅਨੁਭਵ ਕੀਤਾ ਹੈ ਅਤੇ ਨਤੀਜੇ ਵਜੋਂ ਯੁੱਧ ਦਾ ਇੱਕ ਲੰਮਾ ਇਤਿਹਾਸ ਆਪਣੇ ਪਿੰਡੇ ਤੇ ਹੰਢਾਇਆ ਹੈ, ਕਿਉਂਕਿ ਪੰਜਾਬ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਸਰਹੱਦ ਰਾਹੀਂ ਹਮਲਿਆਂ ਦੇ ਪ੍ਰਮੁੱਖ ਮਾਰਗ ਤੇ ਸਥਿਤ ਹੈ, ਜਿਸ ਨੇ ਇੱਕ ਅਜਿਹੀ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਿਸ ਵਿੱਚ ਰੁਝੇਵਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਯੋਧਿਆਂ ਦਾ ਸੱਭਿਆਚਾਰ ਆਮ ਤੌਰ ਤੇ ਭਾਈਚਾਰੇ ਦੇ ਸਨਮਾਨ ਨੂੰ ਉੱਚਾ ਚੁੱਕਦਾ ਹੈ, ਜਿਸ ਦਾ ਪੰਜਾਬੀਆਂ ਦੁਆਰਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਪੰਜਾਬ ਦੀ ਭਾਸ਼ਾ। ਪੰਜਾਬ ਕੁਦਰਤੀ ਸੁੰਦਰਤਾ ਅਤੇ ਸ਼ਾਨ ਦਾ ਵਿਸ਼ਾਲ ਪਸਾਰ ਹੈ। ਇਸ ਦੀ ਭਾਸ਼ਾ ਇੱਕ ਕੀਮਤੀ ਸੰਪਤੀ ਹੈ ਜੋ ਦੇਸ਼ ਭਰ ਵਿੱਚ ਵਿਆਪਕ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਪੰਜਾਬੀ ਸੂਬੇ ਦੀ ਸਰਕਾਰੀ ਭਾਸ਼ਾ ਹੈ। ਪੰਜਾਬੀ ਭਾਸ਼ਾ ਲਿਖੀ ਜਾਣ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ। ਇਹ ਇੱਕ ਫਿਊਜ਼ਨ ਦੇ ਨਾਲ ਇੱਕ ਧੁਨੀ ਭਾਸ਼ਾ ਹੈ। ਇਹ ਇੱਕ ਫਿਊਜ਼ਨ ਭਾਸ਼ਾ ਹੈ ਕਿਉਂਕਿ ਇਹ ਬਹੁਤ ਸਾਰੇ ਰੂਪਾਂ ਦੇ ਅਭੇਦ ਦੁਆਰਾ ਬਣੀ ਹੈ। ਇਸ ਵਿੱਚ ਇਸ ਤੱਥ ਦੇ ਕਾਰਨ ਇੱਕ ਧੁਨੀ ਗੁਣ ਹੈ ਕਿ ਟੋਨ ਸ਼ਬਦਾਂ ਦੀ ਪਛਾਣ ਕਰਦੇ ਹਨ। ਪੰਜਾਬੀ ਨੇ ਹਾਲ ਹੀ ਵਿੱਚ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਯਾਤਰਾ ਕੀਤੀ ਹੈ, ਜਿੱਥੇ ਇਸ ਨੂੰ ਸਥਾਨਕ ਸ਼ਬਦਾਵਲੀ ਦੇ ਅਨੁਕੂਲ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਉਪਭਾਸ਼ਾਵਾਂ ਹਨ ਜੋ ਕਿ ਬੋਲੀ ਦੇ ਸਥਾਨ ਅਨੁਸਾਰ ਵਿਕਸਿਤ ਹੋਈਆਂ ਹਨ। ਪੱਟੀਆਂ, ਮਲਵਈ, ਪਹਾੜੀ, ਦੁਆਬੀ, ਕਾਂਗੜੀ, ਹਿੰਦਕੋ, ਪੋਠੋਵਾੜੀ, ਸ਼ਾਹਪੁਰੀ, ਰਚਨਾਵੀ, ਮਾਝੀ, ਥਲੀ, ਥਲੋਚੜੀ, ਚਕਵਾਲੀ ਅਤੇ ਕੇਬੀ ਕੁਝ ਪ੍ਰਮੁੱਖ ਉਪਭਾਸ਼ਾਵਾਂ ਹਨ। ਪੰਜਾਬ ਵਿੱਚ ਧਰਮ। ਪੰਜਾਬ ਵਿੱਚ ਸਿੱਖ ਧਰਮ ਪ੍ਰਮੁੱਖ ਧਰਮ ਹੈ। ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦੀ ਸਥਾਪਨਾ ਗੁਰੂ ਨਾਨਕ ਦੇਵ ਅਤੇ ਹੋਰ 9 ਗੁਰੂਆਂ ਦੁਆਰਾ ਕੀਤੀ ਗਈ ਸੀ। ਸਿੱਖ ਧਰਮ ਦਾ ਮੂਲ ਵਿਸ਼ਵਾਸ ਵਾਹਿਗੁਰੂ ਵਿੱਚ ਹੈ, ਜਿਸ ਦਾ ਅਰਥ ਹੈ ਸਰਬ ਵਿਆਪਕ ਰੱਬ। ਧਰਮ ਦਾ ਮੰਨਣਾ ਹੈ ਕਿ ਅਨੁਸ਼ਾਸਿਤ ਅਤੇ ਗੂੜ੍ਹੇ ਤਰੀਕੇ ਨਾਲ ਸਰਵ ਸ਼ਕਤੀਮਾਨ ਦਾ ਸਿਮਰਨ ਕਰਕੇ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿੱਖ 10 ਗੁਰੂਆਂ ਦੇ ਨਾਲ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਵੀ ਸਤਿਕਾਰ ਕਰਦੇ ਹਨ, ਜੋ 11ਵੇਂ ਅਤੇ ਅੰਤਿਮ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ। ਇੱਕ ਈਸ਼ਵਰਵਾਦ ਅਤੇ ਪਰਮਾਤਮਾ ਦੀ ਗੈਰ ਮਾਨਵ ਰੂਪ ਸਮਝ ਸਿੱਖ ਧਰਮ ਲਈ ਕੇਂਦਰੀ ਹੈ। ਵਲੰਟੀਅਰਿੰਗ ਅਤੇ ਕਮਿਊਨਿਟੀ ਸੇਵਾ ਨੂੰ ਇੱਕ ਵਿਅਕਤੀ ਦੇ ਜੀਵਨ ਵਿੱਚ ਜ਼ਰੂਰੀ ਸਮਝਿਆ ਜਾਂਦਾ ਹੈ। ਕਿਸੇ ਦੇ ਜੀਵਨ ਦੀ ਅਗਵਾਈ ਕਰਨ ਦਾ ਮੁੱਖ ਨਿਯਮ ਸਖਤ ਮਿਹਨਤ ਅਤੇ ਇਮਾਨਦਾਰ ਸਮਰਪਣ ਹੈ। ਗੁਰਦੁਆਰੇ, ਜੋ ਸਿੱਖਾਂ ਦੇ ਮੁੱਖ ਪੂਜਾ ਸਥਾਨ ਹਨ, ਪੰਜਾਬ ਵਿੱਚ ਮੌਜੂਦ ਹਨ। ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਇੱਕ ਵਿਸ਼ਵ ਪ੍ਰਸਿੱਧ ਤੀਰਥ ਸਥਾਨ ਹੈ ਜੋ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਪੰਜਾਬ ਦਾ ਰਵਾਇਤੀ ਪਹਿਰਾਵਾ। ਪੰਜਾਬ ਵਿੱਚ ਔਰਤਾਂ ਦੇ ਲਿਬਾਸ ਵਿੱਚ ਚੂੜੀਦਾਰ ਕੁੜਤਾ ਤੇ ਸਲਵਾਰ ਰਵਾਇਤੀ ਪਹਿਰਾਵਾ ਔਰਤਾਂ ਦੁਆਰਾ ਪਹਿਨਿਆ ਜਾਂਦਾ ਹੈ। ਹਾਲਾਂਕਿ ਇਹ ਇੱਕ ਪੰਜਾਬੀ ਪਰੰਪਰਾਗਤ ਪਹਿਰਾਵਾ ਹੈ, ਪਰ ਵਰਤਮਾਨ ਵਿੱਚ ਇਸ ਨੂੰ ਭਾਰਤ ਭਰ ਦੀਆਂ ਜ਼ਿਆਦਾਤਰ ਮੁਟਿਆਰਾਂ ਰੰਗੀਨ ਦੁਪੱਟਿਆਂ ਨਾਲ ਪਹਿਨਦੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਦੁਪੱਟਾ ਦਾ ਰੰਗ ਸਲਵਾਰ ਕਮੀਜ਼ ਵਰਗਾ ਹੀ ਹੁੰਦਾ ਹੈ। ਫੁਲਕਾਰੀ ਦੀ ਕਢਾਈ ਨਾਲ ਬਣਾਏ ਸੁੰਦਰ ਸ਼ਾਲਾਂ ਨੂੰ ਵੀ ਔਰਤਾਂ ਦੇ ਪਹਿਰਾਵੇ ਵਜੋਂ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਮਰਦਾਂ ਦਾ ਰਵਾਇਤੀ ਪਹਿਰਾਵਾ ਕੁੜਤਾ ਪਜਾਮਾ ਹੈ। ਕੁੜਤਾ ਇੱਕ ਸਿੱਧੀ ਕੱਟ ਵਾਲੀ ਲੰਬੀ ਬਾਹਾਂ ਵਾਲੀ ਕਮੀਜ਼ ਹੈ। ਬਹੁਤ ਘੱਟ ਲੋਕ ਤਹਿਮਤ ਜਾਂ ਲੁੰਗੀ ਦੇ ਨਾਲ ਕੁੜਤਾ ਪਹਿਨਣ ਦੀ ਚੋਣ ਕਰਦੇ ਹਨ। ਪਗੜੀ ਜਾਂ ਪੱਗ ਦਸਤਾਰ ਪੰਜਾਬ ਵਿੱਚ ਸਿੱਖਾਂ ਦੁਆਰਾ ਪਹਿਨੀ ਜਾਂਦੀ ਇੱਕ ਧਾਰਮਿਕ ਪੱਗ ਹੈ। ਮਰਦਾਂ ਦੁਆਰਾ ਉਹਨਾਂ ਦੇ ਪਹਿਰਾਵੇ ਦੇ ਆਧਾਰ ਤੇ ਵੱਖ-ਵੱਖ ਰੰਗਾਂ ਵਿੱਚ ਪਗੜੀ ਪਹਿਨੀ ਜਾਂਦੀ ਹੈ। ਜੁੱਤੀ ਇੱਕ ਪਸੰਦੀਦਾ ਪੈਰ ਪਹਿਨ ਹੈ, ਜੋ ਕਈ ਸਾਲਾਂ ਤੋਂ ਮਰਦ ਅਤੇ ਔਰਤਾਂ ਦੋਵਾਂ ਦੁਆਰਾ ਪਹਿਨੀ ਜਾਂਦੀ ਹੈ। ਪੰਜਾਬ ਦਾ ਆਰਕੀਟੈਕਚਰ। ਬੋਧੀ ਅਤੇ ਇਸਲਾਮੀ ਰੂਪਾਂ ਦੇ ਆਰਕੀਟੈਕਚਰ ਦਾ ਪੰਜਾਬ ਉੱਤੇ ਬਹੁਤ ਪ੍ਰਭਾਵ ਸੀ। ਇਸ ਤੱਥ ਦੇ ਬਾਵਜੂਦ ਕਿ ਸਿੱਖ ਧਰਮ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਸਿੱਧ ਧਰਮ ਹੈ, ਇਸ ਦੀ ਆਪਣੀ ਇਮਾਰਤ ਸ਼ੈਲੀ ਨਹੀਂ ਹੈ। ਇਹ ਇਸਲਾਮ ਅਤੇ ਹਿੰਦੂ ਧਰਮ ਵਿੱਚ ਸੂਫੀਵਾਦ ਦਾ ਮਿਸ਼ਰਣ ਹੈ। ਗੁਰਦੁਆਰਾ ਸਿੱਖਾਂ ਦਾ ਮੁੱਖ ਪੂਜਾ ਸਥਾਨ ਹੈ।
ਮੁਗਲ ਮਹਿਲ ਦੀ ਉਸਾਰੀ ਦੀ ਸ਼ੈਲੀ ਸਿੱਖ ਧਰਮ ਦੇ ਪੈਰੋਕਾਰਾਂ ਦੁਆਰਾ ਅਪਣਾਈ ਗਈ ਹੈ। ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੀ ਆਰਕੀਟੈਕਚਰ ਲਗਾਤਾਰ ਵੱਧਦੀ ਰਹੀ ਹੈ। ਮੌਰੀਆ ਸਾਮਰਾਜ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਆਰਕੀਟੈਕਚਰਲ ਉਦਾਹਰਣਾਂ ਲਈ ਜ਼ਿੰਮੇਵਾਰ ਹੈ। ਮੁਗਲਾਂ ਦੇ ਹਮਲੇ ਤੋਂ ਬਾਅਦ ਇਸਲਾਮੀ ਆਰਕੀਟੈਕਚਰ ਪੰਜਾਬ ਦਾ ਹਿੱਸਾ ਬਣ ਗਿਆ। ਸਿੱਖਾਂ ਦਾ ਮੁੱਖ ਸ਼ਰਧਾ ਦਾ ਸਥਾਨ ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਹੈ। 16ਵੀਂ ਸਦੀ ਦੇ ਅਖੀਰਲੇ ਅੱਧ ਵਿੱਚ ਅੰਮ੍ਰਿਤਸਰ ਸਿੱਖਾਂ ਲਈ ਸਭ ਤੋਂ ਮਹੱਤਵਪੂਰਨ ਸ਼ਹਿਰ ਬਣ ਗਿਆ। ਗੋਲਡਨ ਟੈਂਪਲ 1764 ਵਿੱਚ ਬਣਾਇਆ ਗਿਆ ਸੀ ਅਤੇ ਜਦੋਂ ਰਣਜੀਤ ਸਿੰਘ ਨੇ 1802 ਵਿੱਚ ਸਿੱਖ ਰਾਜ ਦੀ ਸਿਰਜਣਾ ਕੀਤੀ, ਉਹਨਾਂ ਨੇ ਛੱਤ ਨੂੰ ਸੋਨੇ ਨਾਲ ਮੜ ਦਿੱਤਾ ਅਤੇ ਜਿਸ ਨੂੰ ਪਹਿਲਾਂ ਹਰਿਮੰਦਰ ਵਜੋਂ ਜਾਣਿਆ ਜਾਂਦਾ ਸੀ, ਉਸ ਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਸ ਦੇ ਸੰਗਮਰਮਰ ਦੇ ਖੇਤਰ ਅਤੇ ਸਰੋਵਰ ਵਿੱਚ ਪਾਣੀ ਸਭ ਸ਼ੁੱਧ, ਵਿਲੱਖਣ ਅਤੇ ਅਦਭੁਤ ਲੱਗਦੇ ਹਨ। ਮੁੱਢਲਾ ਢਾਂਚਾ ਮੁਗਲ ਸ਼ੈਲੀ ਵਿੱਚ ਬਣਾਇਆ ਗਿਆ ਹੈ। ਖੁੱਲੀ ਛੱਤ ਵਾਲੀ ਸ਼ੈਲੀ ਦੇ ਮੁਗਲ ਬਾਗ ਨੇ ਪਿੰਜੌਰ ਦੇ ਯਾਦਵਿੰਦਰਾ ਬਾਗ ਨੂੰ ਪ੍ਰੇਰਿਤ ਕੀਤਾ। ਬਾਗ ਦਾ ਕੇਂਦਰੀ ਜਲ ਚੈਨਲ ਚਾਦਰਾਂ ਅਤੇ ਫੁਹਾਰਿਆਂ ਨਾਲ ਕਤਾਰਬੱਧ ਹੈ ਅਤੇ 7 ਖੁੱਲੀਆਂ ਛੱਤਾਂ ਅਤੇ ਮੰਡਪਾਂ ਵਿੱਚੋਂ ਲੰਘਦਾ ਹੈ। ਪੰਜਾਬ ਦੇ ਦਸਤਕਾਰੀ, ਫੁਲਕਾਰੀ ਦੇ ਨਾਲ ਪੀੜ੍ਹੀਆਂ, ਜੁੱਤੀਆਂ, ਦਰੀਆਂ ਅਤੇ ਪਰਾਂਦੀਆਂ ਪੰਜਾਬ ਦੀ ਅਮੀਰ ਦਸਤਕਾਰੀ ਵਿਰਾਸਤ ਦਾ ਹਿੱਸਾ ਹਨ। ਫੁਲਕਾਰੀ, ਹਾਲਾਂਕਿ, ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਮਸ਼ਹੂਰ ਹੈ। ਬਹੁਤ ਸਾਰੀਆਂ ਸ਼ਿਲਪਕਾਰੀ ਘਰਾਂ ਵਿੱਚ ਘਰੇਲੂ ਵਸਤੂਆਂ ਜਾਂ ਸਜਾਵਟੀ ਵਸਤੂਆਂ ਵਜੋਂ ਵਰਤੀਆਂ ਜਾਂਦੀਆਂ ਹਨ ਅਤੇ ਇਹ ਰਾਜ ਦੀ ਜੀਵੰਤ ਪਛਾਣ ਨੂੰ ਦਰਸਾਉਂਦੀਆਂ ਹਨ। ਮਿੱਟੀ ਦੇ ਕੰਮ ਵੀ ਇੱਕ ਦੇਸੀ ਪੰਜਾਬੀ ਪਰੰਪਰਾ ਹਨ। ਔਰਤਾਂ ਮੁੱਖ ਤੌਰ ਤੇ ਦਰੀਆਂ ਬੁਣਨ ਲਈ ਮਾਹਿਰ ਹਨ ਅਤੇ ਉਹ ਬਚਪਨ ਤੋਂ ਹੀ ਸ਼ਿਲਪਕਾਰੀ ਸਿੱਖਣਾ ਸ਼ੁਰੂ ਕਰ ਦਿੰਦੀਆਂ ਹਨ। ਦਰੀਆਂ ਇੱਥੇ ਵੱਖ-ਵੱਖ ਆਕਾਰਾਂ ਅਤੇ ਨਮੂਨਿਆਂ ਵਿੱਚ ਉਪਲਬਧ ਹਨ। ਇਸ ਤੋਂ ਇਲਾਵਾ ਰਾਜਪ੍ਰਿਆਨ, ਸ਼ੀਸ਼ੇ ਦੇ ਫਰੇਮ, ਡਰੈਸਿੰਗ ਟੇਬਲ, ਆਰਾਮ ਕੁਰਸੀਆਂ, ਸੋਫਾ ਸੈੱਟ, ਡਾਈਨਿੰਗ ਟੇਬਲ ਅਤੇ ਕੁਰਸੀਆਂ ਦੀ ਇੱਕ ਵਿਭਿੰਨ ਸ਼੍ਰੇਣੀ ਦਾ ਉਤਪਾਦਨ ਕਰਦਾ ਹੈ। ਇੱਕ ਹੋਰ ਜਾਣੀ ਪਛਾਣੀ ਪੰਜਾਬੀ ਕਲਾ ਸ਼ਾਨਦਾਰ ਗਾਊਨ ਵਿੱਚ ਪਹਿਨੇ ਹੋਏ ਸ਼ਾਨਦਾਰ ਪੰਜਾਬੀ ਗੁੱਡੀਆਂ ਹਨ। ਭਾਰਤ ਦੇ ਪੰਜਾਬ ਸੂਬੇ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਕੰਮ ਕਰਨ ਵਾਲੇ ਜੰਡਿਆਲਾ ਗੁਰੂ ਦੇ ਠੇਠਰ ਆਪਣੀ ਪਿੱਤਲ ਅਤੇ ਤਾਂਬੇ ਦੀ ਕਾਰੀਗਰੀ ਲਈ ਜਾਣੇ ਜਾਂਦੇ ਹਨ, ਜਿਸ ਨੂੰ ਯੂਨੈਸਕੋ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਦੀ ਸੂਚੀ ਵਿੱਚ ਮਾਨਤਾ ਪ੍ਰਾਪਤ ਹੈ। ਪੰਜਾਬ ਦੇ ਤਿਉਹਾਰ। ਪੰਜਾਬ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਸਾਰਾ ਸਾਲ ਕਈ ਤਰ੍ਹਾਂ ਦੇ ਤਿਉਹਾਰ ਮਨਾਉਂਦਾ ਹੈ। ਇਹਨਾਂ ਵਿੱਚੋਂ ਹਰ ਤਿਉਹਾਰ ਇੱਕ ਜਾਂ ਇੱਕ ਤੋਂ ਵੱਧ ਧਾਰਮਿਕ ਕਥਾਵਾਂ ਨਾਲ ਸੰਬੰਧਿਤ ਹੈ। ਪੰਜਾਬੀ ਲੋਕ ਤਿਉਹਾਰਾਂ ਦੇ ਹਰ ਸਮਾਗਮ ਲਈ ਸਭ ਤੋਂ ਵੱਧ ਜਾਣ ਵਿੱਚ ਵਿਸ਼ਵਾਸ ਰੱਖਦੇ ਹਨ। ਪਰੰਪਰਾਗਤ ਸੰਗੀਤ ਅਤੇ ਲੋਕ ਕਥਾਵਾਂ ਜਸ਼ਨ ਲਈ ਆਦਰਸ਼ ਮਾਹੌਲ ਬਣਾਉਂਦੀਆਂ ਹਨ, ਜਿਸ ਨਾਲ ਮਹਿਮਾਨਾਂ ਨੂੰ ਇਸ ਅਦਭੁਤ ਦਿਲਚਸਪ ਅਵਸਥਾ ਦੀ ਛੂਹ ਵਾਲੀ ਭਾਵਨਾ ਵਿੱਚ ਲੀਨ ਹੋ ਜਾਂਦਾ ਹੈ। ਪੰਜਾਬ ਵਿੱਚ ਵਿਸਾਖੀ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਇਹ ਹਾੜੀ ਦੀ ਫਸਲ ਦੇ ਪੱਕਣ ਦੀ ਯਾਦ ਵਿੱਚ ਕਿਸਾਨਾਂ ਦੀ ਮਿਹਨਤ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਹਰ ਸਾਲ 13 ਅਪ੍ਰੈਲ ਨੂੰ ਇਹ ਪੰਜਾਬ ਦੇ ਲੋਕਾਂ ਲਈ ਜਸ਼ਨ ਅਤੇ ਖੁਸ਼ੀ ਦਾ ਸਮਾਂ ਹੁੰਦਾ ਹੈ। ਪੰਜਾਬ ਦਾ ਸਰਦੀਆਂ ਦੀ ਵਾਢੀ ਦਾ ਤਿਉਹਾਰ ਲੋਹੜੀ ਰਾਜ ਭਰ ਵਿੱਚ ਵਿਆਪਕ ਤੌਰ ਤੇ ਮਨਾਇਆ ਜਾਂਦਾ ਹੈ। ਇਹ ਇੱਕ ਉਪਜਾਊ ਜਸ਼ਨ ਹੈ ਜੋ ਅੱਗ ਦੇ ਦੇਵਤਾ ਭਗਵਾਨ ਅਗਨੀ ਦੀ ਪੂਜਾ ਨਾਲ ਜੁੜਿਆ ਹੋਇਆ ਹੈ। ਲੋਹੜੀ ਹਿੰਦੂ ਕੈਲੰਡਰ ਦੇ ਅਨੁਸਾਰ ਹਰ ਸਾਲ 13 ਜਨਵਰੀ ਨੂੰ ਆਉਂਦੀ ਹੈ, ਜਦੋਂ ਧਰਤੀ ਸੂਰਜ ਦੇ ਸਭ ਤੋਂ ਨੇੜੇ ਹੁੰਦੀ ਹੈ। ਹੋਲਾ ਮੁਹੱਲਾ ਨਾਮ ਪੰਜਾਬੀ ਸ਼ਬਦ ਮੁਹੱਲਾ ਤੋਂ ਆਇਆ ਹੈ, ਜੋ ਕਿ ਇੱਕ ਫੌਜੀ ਕਾਲਮ ਦੀ ਸ਼ੈਲੀ ਵਿੱਚ ਇੱਕ ਸੰਗਠਿਤ ਪਰੇਡ ਨੂੰ ਦਰਸਾਉਂਦਾ ਹੈ, ਜੋ ਕਿ ਲੜਾਈ ਦੇ ਢੋਲ ਅਤੇ ਮਿਆਰੀ ਧਾਰਕਾਂ ਨਾਲ ਪੂਰੀ ਹੁੰਦੀ ਹੈ। ਇਹ ਸਮਾਗਮ ਪੂਰੇ ਪੰਜਾਬ ਵਿੱਚ ਖਾਸ ਕਰਕੇ ਮੁਕਤਸਰ ਅਤੇ ਆਨੰਦਪੁਰ ਸਾਹਿਬ ਵਿਖੇ ਸ਼ਾਨਦਾਰ ਅੰਦਾਜ਼ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਪੰਜਾਬ ਈਸ਼ਵਰਵਾਦੀ ਅਤੇ ਭਗਤੀ ਦੀ ਧਰਤੀ ਹੈ। ਸੂਬੇ ਭਰ ਵਿੱਚ ਸਿੱਖ ਧਰਮ ਦੇ ਗੁਰੂਆਂ ਦਾ ਸਨਮਾਨ ਕੀਤਾ ਜਾਂਦਾ ਹੈ। ਪੰਜਾਬ ਵਾਸੀ ਹਰ ਸਾਲ ਆਪਣੇ ਗੁਰੂਆਂ ਦੇ ਸਤਿਕਾਰ ਲਈ ਗੁਰਪੁਰਬ ਮਨਾਉਂਦੇ ਹਨ। ਗੁਰਪੁਰਬਾਂ ਦਾ ਉਦੇਸ਼ ਸਿੱਖ ਗੁਰੂਆਂ ਦੇ ਜਨਮ ਦਿਹਾੜੇ ਜਾਂ ਸ਼ਹਾਦਤਾਂ ਨੂੰ ਯਾਦ ਕਰਨਾ ਹੈ। ਉਂਝ ਪੰਜਾਬ ਵਿੱਚ ਗੁਰਪੁਰਬ ਬਹੁਤ ਹੁੰਦੇ ਹਨ। ਕਾਰਤਿਕ, ਅਕਤੂਬਰ, ਨਵੰਬਰ ਦੇ ਮਹੀਨੇ ਦੀਵਾਲੀ ਤੋਂ ਬਾਅਦ ਦੂਜੇ ਦਿਨ ਭਾਈ ਦੂਜ ਮਨਾਇਆ ਜਾਂਦਾ ਹੈ। ਇਹ ਜਸ਼ਨ ਭਰਾ ਅਤੇ ਭੈਣ ਦੇ ਮਜ਼ਬੂਤ ਬੰਧਨ ਦਾ ਸਨਮਾਨ ਵੀ ਕਰਦਾ ਹੈ। ਆਪਣੇ ਭਰਾ ਨੂੰ ਬੁਰਾਈ ਤੋਂ ਬਚਾਉਣ ਲਈ ਉਸਦੀ ਭੈਣ ਉਸਦੇ ਮੱਥੇ ਤੇ ਕੇਸਰ ਅਤੇ ਚੌਲਾਂ ਦਾ ਟਿੱਕਾ ਨਿਸ਼ਾਨ ਰੱਖਦੀ ਹੈ। ਮੇਰੇ ਭਰਾ ਦੀ ਲੰਬੀ ਉਮਰ ਲਈ ਭਜਨ ਅਤੇ ਅਰਦਾਸਾਂ ਹਨ। ਆਪਣੇ ਪਿਆਰ ਦੇ ਪ੍ਰਦਰਸ਼ਨ ਵਜੋਂ ਭਰਾ ਉਸਨੂੰ ਤੋਹਫੇ ਜਾਂ ਪੈਸੇ ਦਿੰਦਾ ਹੈ। ਤੀਆਂ ਸਾਵਣ ਦੇ ਮਹੀਨੇ ਵਿੱਚ ਆਯੋਜਿਤ ਇੱਕ ਔਰਤਾਂ ਦਾ ਨਾਚ ਤਿਉਹਾਰ ਹੈ। ਇਸ ਤਿਉਹਾਰ ਵਿੱਚ ਗਿੱਧਾ ਨਾਚ ਦੀਆਂ ਪੇਸ਼ਕਾਰੀਆਂ ਹੁੰਦੀਆਂ ਹਨ। ਇਹ ਜਸ਼ਨ ਮਹੀਨੇ ਦੇ ਤੀਜੇ ਚੰਦਰ ਦਿਨ ਤੋਂ ਪੂਰਨਮਾਸ਼ੀ ਤੱਕ ਚੱਲਦਾ ਹੈ। ਆਖਰੀ ਦਿਨ ਇੱਕ ਸ਼ਾਨਦਾਰ ਸਮਾਰੋਹ ਦੇ ਨਾਲ ਸਮਾਪਤ ਹੁੰਦਾ ਹੈ। ਕਰਵਾ ਚੌਥ। ਕਰਵਾ ਚੌਥ ਔਰਤਾਂ ਦਾ ਇੱਕ ਵਰਤ ਹੈ ਜੋ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਹੁੰਦਾ ਹੈ। ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਨ ਲਈ ਜਸ਼ਨ ਵਿੱਚ ਸ਼ਾਮਲ ਹੁੰਦੀਆਂ ਹਨ।
ਇਸ ਦਿਨ ਚੰਦਰਮਾ ਭਗਵਾਨ ਅੱਗੇ ਅਰਦਾਸ ਕੀਤੀ ਜਾਂਦੀ ਹੈ। ਦੁਸਹਿਰਾ ਪੂਰੇ ਪੰਜਾਬ ਵਿੱਚ ਵਿਆਪਕ ਤੌਰ ਤੇ ਮਨਾਇਆ ਜਾਂਦਾ ਹੈ, ਜਿਵੇਂ ਕਿ ਇਹ ਬਾਕੀ ਭਾਰਤ ਵਿੱਚ ਹੈ। ਇਹ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ, ਬੁਰਾਈ ਉੱਤੇ ਚੰਗਿਆਈ ਦੀ ਸਦੀਵੀ ਜਿੱਤ ਨੂੰ ਦਰਸਾਉਂਦਾ ਹੈ। ਦੀਵਾਲੀ ਪੰਜਾਬ ਭਰ ਵਿੱਚ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਮਨਾਈ ਜਾਂਦੀ ਹੈ, ਚੰਦਰ ਕੈਲੰਡਰ ਦੁਆਰਾ ਨਿਰਧਾਰਿਤ ਸਹੀ ਤਾਰੀਖ ਦੇ ਨਾਲ। ਇਹ 14 ਸਾਲ ਦੇ ਬਨਵਾਸ ਤੋਂ ਬਾਅਦ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ਦੇ ਹਰ ਘਰ ਨੂੰ ਮੋਮਬੱਤੀਆਂ ਜਾਂ ਦੀਵੇ ਨਾਲ ਰੋਸ਼ਨ ਕੀਤਾ ਜਾਂਦਾ ਹੈ। ਪੰਜਾਬ ਦਾ ਡਾਂਸ ਅਤੇ ਸੰਗੀਤ। ਪੰਜਾਬ ਨੂੰ ਭਾਰਤ ਦੇ ਸਭ ਤੋਂ ਵਿਭਿੰਨ ਅਤੇ ਭਾਵਪੂਰਤ ਸੱਭਿਆਚਾਰਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਸੰਗੀਤ ਅਤੇ ਨਾਚ ਇਸ ਨੂੰ ਪ੍ਰਦਰਸ਼ਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਡਾਂਸ ਪ੍ਰਦਰਸ਼ਨ ਕਲਾ ਦੀਆਂ ਸਭ ਤੋਂ ਵੱਧ ਊਰਜਾਵਾਨ ਕਿਸਮਾਂ ਵਿੱਚੋਂ ਇੱਕ ਹਨ ਜੋ ਤੁਸੀਂ ਕਦੇ ਵੀ ਦੇਖੋਗੇ। ਨਾਚਾਂ ਵਿੱਚ ਸਮਕਾਲੀਤਾ ਦਾ ਪੱਧਰ ਅਦੁੱਤੀ ਹੈ। ਭੰਗੜਾ ਪੰਜਾਬ ਦੇ ਪਿੰਡਾਂ ਵਿੱਚ ਬਸੰਤ ਦੇ ਤਿਉਹਾਰ ਦੇ ਨਾਚ ਵਜੋਂ ਸ਼ੁਰੂ ਹੋਇਆ ਅਤੇ ਉਦੋਂ ਤੋਂ ਇੱਕ ਵਿਸ਼ਵਵਿਆਪੀ ਕ੍ਰੇਜ਼ ਵਿੱਚ ਵਾਧਾ ਹੋਇਆ ਹੈ। ਸਭ ਤੋਂ ਵੱਧ ਇਸ ਨਾਚ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਫੈਲਾਇਆ ਹੈ। ਭੰਗੜਾ ਸਮੇਂ ਦੇ ਨਾਲ ਮਹੱਤਵਪੂਰਨ ਰੂਪ ਵਿੱਚ ਵਿਕਸਿਤ ਹੋਇਆ ਹੈ। ਭੰਗੜਾ ਰਵਾਇਤੀ ਤੌਰ ਤੇ ਤੇਜ਼ ਰਫ਼ਤਾਰ ਡਾਂਸ ਦੀਆਂ ਚਾਲਾਂ, ਗੀਤਾਂ ਅਤੇ ਢੋਲ, ਇਕਤਰ, ਇੱਕ ਤਾਰਾਂ ਵਾਲਾ ਸਾਜ਼ ਅਤੇ ਚਿਮਟਾ ਵਰਗੇ ਸੰਗੀਤ ਯੰਤਰਾਂ ਦਾ ਸੁਮੇਲ ਹੁੰਦਾ ਸੀ। ਨਾਚ ਦੇ ਨਾਲ ਜੋੜ ਕੇ ਪੇਸ਼ ਕੀਤੇ ਜਾਣ ਵਾਲੇ ਗੀਤ ਆਮ ਤੌਰ ਤੇ ਪਿਆਰ, ਦੇਸ਼ ਭਗਤੀ ਜਾਂ ਸਮਾਜਿਕ ਕਾਰਨਾਂ ਬਾਰੇ ਹੁੰਦੇ ਹਨ। ਅੱਜ ਦੇ ਕਲੱਬਾਂ ਅਤੇ ਡਿਸਕੋ ਵਿੱਚ ਹਿਪ ਹੌਪ ਜਾਂ ਰੇਗੇ ਦੇ ਨਾਲ ਮਿਲਾਏ ਭੰਗੜੇ ਦੀਆਂ ਧੁਨਾਂ ਕਾਫੀ ਮਸ਼ਹੂਰ ਹਨ। ਕਲਾਕਾਰਾਂ ਨੇ ਕੁੜਤਾ ਪਹਿਨਿਆ ਹੋਇਆ ਹੁੰਦਾ ਹੈ, ਜਿਸ ਦੇ ਉੱਪਰ ਇੱਕ ਜੈਕਟ ਹੁੰਦੀ ਹੈ ਅਤੇ ਨਾਲ ਚਾਦਰਾ ਹੁੰਦਾ ਹੈ। ਉਹ ਰੰਗ ਬਿਰੰਗੀਆਂ ਪੱਗਾਂ ਵੀ ਪਹਿਨਦੇ ਹਨ ਜੋ ਚੰਗੀ ਤਰ੍ਹਾਂ ਬਣੀਆਂ ਹੁੰਦੀਆਂ ਹਨ। ਜੇਕਰ ਤੁਸੀਂ ਸੋਚਦੇ ਹੋ ਕਿ ਭੰਗੜਾ ਸ਼ਾਨਦਾਰ ਹੈ, ਤਾਂ ਗਿੱਧਾ ਤੁਹਾਨੂੰ ਉਸੇ ਤਰ੍ਹਾਂ ਦਾ ਅਨੁਭਵ ਪ੍ਰਦਾਨ ਕਰੇਗਾ। ਗਿੱਧਾ ਭੰਗੜੇ ਵਾਂਗ ਹੀ ਔਰਤਾਂ ਦੀ ਵਿਸ਼ੇਸ਼ਤਾ ਹੈ। ਇਹ ਨਾਚ ਆਮ ਤੌਰ ਤੇ ਵਿਆਹਾਂ ਜਾਂ ਤਿਉਹਾਰਾਂ ਵਰਗੇ ਮਹੱਤਵਪੂਰਨ ਮੌਕਿਆਂ ਤੇ ਕੀਤਾ ਜਾਂਦਾ ਹੈ। ਵਿਆਹੁਲਾ ਗਿੱਧਾ ਗਿੱਧੇ ਦੀ ਇੱਕ ਕਿਸਮ ਹੈ ਜੋ ਵਿਆਹਾਂ ਦੌਰਾਨ ਕੀਤਾ ਜਾਂਦਾ ਹੈ। ਕਲਾਕਾਰ ਇੱਕ ਚੱਕਰ ਵਿੱਚ ਖੜੇ ਹੋ ਕੇ ਇੱਕ ਰਿੰਗ ਬਣਾਉਂਦੇ ਹਨ। ਇੱਕ ਔਰਤ ਰਿੰਗ ਦੇ ਕੇਂਦਰ ਵਿੱਚ ਢੋਲ ਵਜਾ ਰਹੀ ਹੈ। ਡਾਂਸ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਕੋਈ ਸਖਤ ਪਾਬੰਦੀਆਂ ਨਹੀਂ ਹਨ ਜਿਨ੍ਹਾਂ ਦਾ ਡਾਂਸਰਾਂ ਨੂੰ ਪਾਲਣ ਕਰਨਾ ਚਾਹੀਦਾ ਹੈ। ਉਹ ਸੰਗੀਤ ਦੀ ਬੀਟ ਤੇ ਨੱਚਦੇ ਹਨ। ਪੰਜਾਬੀ ਔਰਤਾਂ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਗਿੱਧੇ ਵਿੱਚ ਦਰਸਾਇਆ ਗਿਆ ਹੈ। ਪੰਜਾਬੀ ਲੋਕ ਸੰਗੀਤ ਵਿੱਚ ਬਹੁਤ ਵਿਭਿੰਨਤਾ ਹੈ ਅਤੇ ਕਾਫੀ ਤਾਲਬੱਧ ਹੈ। ਤੁਲਾ ਅਤੇ ਮਾਹੀਆ ਪੱਛਮੀ ਖੇਤਰ ਵਿੱਚ ਪ੍ਰਚਲਿਤ ਰੂਪ ਹਨ, ਹਾਲਾਂਕਿ ਪ੍ਰਸਿੱਧ ਬੋਲੀ ਸ਼ੈਲੀ ਪੂਰੇ ਖੇਤਰ ਵਿੱਚ ਵੱਖ-ਵੱਖ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ। ਪੰਜਾਬੀ ਸੰਗੀਤ ਵਿੱਚ ਵੋਕਲ ਦੇ ਨਾਲ-ਨਾਲ ਢੋਲ, ਤੁੰਬੀ, ਢੱਡ ਸਾਰੰਗੀ, ਅਲਗੋਜ਼ਾ ਅਤੇ ਇਕਤਾਰਾ ਵਰਗੇ ਸਾਜ਼ ਵੀ ਸ਼ਾਮਲ ਹਨ। ਪੰਜਾਬੀ ਲੋਕ ਮੁਹਾਵਰੇ ਪੰਜਾਬੀਆਂ ਦੇ ਜੀਵਨ ਅਤੇ ਸੱਭਿਆਚਾਰ ਬਾਰੇ ਸਮਝ ਪ੍ਰਦਾਨ ਕਰ ਸਕਦੇ ਹਨ। ਜਨਮ, ਰੋਜ਼ਾਨਾ ਜੀਵਨ ਅਤੇ ਮੌਤ ਦੀ ਯਾਦ ਵਿੱਚ ਸੰਗੀਤ ਅਤੇ ਗੀਤਾਂ ਦਾ ਇੱਕ ਵੱਡਾ ਸੰਗ੍ਰਹਿ ਹੈ। ਪਿਆਰ ਅਤੇ ਵਿਛੋੜੇ ਦੇ ਗੀਤ, ਨੱਚਣਾ ਅਤੇ ਖੁਸ਼ੀ, ਵਿਆਹ, ਪੂਰਤੀ ਅਤੇ ਨਿਰਾਸ਼ਾ। ਪੰਜਾਬ ਨੂੰ ਸੱਭਿਆਚਾਰਕ ਤੌਰ ਤੇ 3 ਖੇਤਰਾਂ ਵਿੱਚ ਵੰਡਿਆ ਗਿਆ ਹੈ: ਮਾਲਵਾ, ਮਾਝਾ ਅਤੇ ਦੁਆਬਾ। ਅੱਜ ਮਾਲਵਾ ਪੰਜਾਬੀ ਲੋਕਧਾਰਾ ਦੇ ਪ੍ਰਮਾਣਿਕ ਤੱਤ ਦਾ ਰੂਪ ਧਾਰਦਾ ਹੈ। ਪੰਜਾਬੀ ਮੁਹਾਵਰਾ ਬਹੁਤ ਹੀ ਅਮੀਰ, ਵੰਨ-ਸੁਵੰਨਤਾ ਅਤੇ ਅਨੁਕੂਲ ਹੈ। ਇਹ ਦਇਆਵਾਨ, ਵੱਡੇ ਦਿਲ ਵਾਲੇ ਲੋਕਾਂ ਦਾ ਇੱਕ ਵਿਸ਼ਾਲ ਸੱਭਿਆਚਾਰ ਹੈ ਜੋ ਕੱਟੜਤਾ ਅਤੇ ਸੀਮਤ ਧਾਰਮਿਕ ਵਿਚਾਰਧਾਰਾਵਾਂ ਤੋਂ ਮੁਕਤ ਹਨ। ਅਸੀਂ ਦੇਸ਼ ਦੇ ਲੋਕ ਸੰਗੀਤ ਬਾਰੇ ਜਿੰਨਾ ਜ਼ਿਆਦਾ ਸਿੱਖਦੇ ਹਾਂ, ਸ਼੍ਰੇਣੀਆਂ ਵਿੱਚ ਓਨਾ ਹੀ ਮੁਸ਼ਕਲ ਹੁੰਦਾ ਹੈ। ਹਾਲਾਂਕਿ ਕੋਈ ਵੀ ਹਰ ਸੀਜ਼ਨ ਲਈ ਵਿਆਪਕ ਵੰਡ ਖਿੱਚਣ ਦੇ ਯੋਗ ਹੋ ਸਕਦਾ ਹੈ, ਕਿਉਂਕਿ ਸਾਲ ਭਰ ਵਿੱਚ ਹੋਣ ਵਾਲੇ ਅਣਗਿਣਤ ਜਸ਼ਨਾਂ ਦੇ ਮੌਕਿਆਂ ਵਿੱਚੋਂ ਹਰੇਕ ਦਾ ਆਪਣਾ ਵੱਖਰਾ ਸੰਗੀਤ ਹੁੰਦਾ ਹੈ। ਪੰਜਾਬੀ ਪਕਵਾਨ। ਪੰਜਾਬੀਆਂ ਦਾ ਭੋਜਨ ਸਾਦਾ, ਵੱਡੀ ਮਾਤਰਾ ਵਿੱਚ ਹੁੰਦਾ ਹੈ। ਪੰਜਾਬੀ ਤੰਦੂਰੀ ਰਸੋਈ ਨੂੰ ਵਿਆਪਕ ਤੌਰ ਤੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਪਕਵਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਿੱਟੀ ਦੇ ਵੱਡੇ ਤੰਦੂਰ ਜ਼ਮੀਨ ਵਿੱਚ ਅੱਧੇ ਦੱਬੇ ਹੋਏ ਹਨ ਅਤੇ ਉਨ੍ਹਾਂ ਦੇ ਹੇਠਾਂ ਕੋਲੇ ਦੀ ਅੱਗ ਦੁਆਰਾ ਗਰਮ ਕੀਤੇ ਜਾਂਦੇ ਹਨ। ਇਹ ਵਿਲੱਖਣ ਓਵਨ ਮੈਰੀਨੇਟਡ ਮੀਟ, ਚਿਕਨ, ਮੱਛੀ, ਪਨੀਰ, ਰੋਟੀਆਂ ਅਤੇ ਸਾਰੀਆਂ ਕਿਸਮਾਂ ਦੇ ਨਾਨਾਂ ਨੂੰ ਪਕਾਉਂਦਾ ਹੈ ਅਤੇ ਨਤੀਜੇ ਬਹੁਤ ਹੀ ਸੁਆਦੀ ਹੁੰਦੇ ਹਨ। ਕੁਝ ਪੰਜਾਬੀ ਪਕਵਾਨ ਬਾਹਰੀ ਸੱਭਿਆਚਾਰਾਂ ਤੋਂ ਪ੍ਰਭਾਵਿਤ ਹਨ। ਕਿਹਾ ਜਾਂਦਾ ਹੈ ਕਿ ਪੰਜਾਬੀ ਪਕਵਾਨਾਂ ਦੇ ਗ੍ਰੇਵੀ ਹਿੱਸੇ ਦੀ ਸ਼ੁਰੂਆਤ ਭੋਜਨ ਦੇ ਮਾਹਰਾਂ ਅਨੁਸਾਰ ਮੁਗਲਾਂ ਤੋਂ ਹੋਈ ਸੀ। ਮੁਰਗ ਮੱਖਣੀ ਸਭ ਤੋਂ ਮਸ਼ਹੂਰ ਉਦਾਹਰਣ ਹੈ। ਕਿਉਂਕਿ ਰਾਜ ਵਿੱਚ ਬਹੁਤ ਸਾਰਾ ਸ਼ੁੱਧ ਘਿਓ ਅਤੇ ਮੱਖਣ ਸੀ, ਇਸ ਪ੍ਰਭਾਵ ਨੂੰ ਆਪਣੇ ਭੋਜਨ ਵਿੱਚ ਜੋੜਨਾ ਇੱਕ ਚੰਗਾ ਵਿਚਾਰ ਸੀ। ਮੁਰਗ ਮੱਖਣੀ ਨੇ ਤੰਦੂਰੀ ਚਿਕਨ ਦੀ ਖੁਸ਼ਕੀ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦ ਕੀਤੀ, ਜਿਸ ਨੂੰ ਕੋਲੇ ਉੱਤੇ ਗਰਿਲ ਕੀਤਾ ਗਿਆ ਸੀ। ਪੰਜਾਬੀ ਰੋਟੀਆਂ ਵਿੱਚ ਨਾਨ ਅਤੇ ਪਰਾਠੇ ਦੇ ਨਾਲ-ਨਾਲ ਮੱਕੀ ਦੇ ਆਟੇ ਦੀਆਂ ਰੋਟੀਆਂ ਸ਼ਾਮਲ ਹਨ। ਬੇਸ਼ੱਕ,
ਰੋਟੀ ਵਿੱਚ ਸਮੇਂ ਦੇ ਨਾਲ ਵਾਧੂ ਭਿੰਨਤਾਵਾਂ ਨੂੰ ਸ਼ਾਮਲ ਕਰਨ ਲਈ ਵਿਕਸਿਤ ਹੋਇਆ ਹੈ, ਜਿਵੇਂ ਕਿ ਰੁਮਾਲੀ ਰੋਟੀ, ਨਾਨ ਅਤੇ ਲੱਛਾ ਪਰਾਠੇ ਸਾਰੇ ਤੰਦੂਰ ਵਿੱਚ ਪਕਾਏ ਜਾਂਦੇ ਹਨ। ਪੰਜਾਬ ਵਿੱਚ ਸਰਦੀਆਂ ਵਿੱਚ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਮੌਸਮ ਸ਼ੁਰੂ ਹੁੰਦਾ ਹੈ। ਕਿਸੇ ਵੀ ਭੋਜਨ ਨੂੰ ਪੂਰਾ ਕਰਨ ਲਈ ਲੱਸੀ ਦਾ ਇੱਕ ਹਿੱਸਾ ਜਾਂ ਤਾਜ਼ੇ ਦਹੀਂ ਅਤੇ ਚਿੱਟੇ ਮੱਖਣ ਦੀ ਲੋੜ ਹੁੰਦੀ ਹੈ। ਮਾਨਹਾਨ ਦੀ ਦਾਲ, ਰਾਜਮਾ ਅਤੇ ਭਰਵੇ ਪਰਾਂਠੇ ਪੰਜਾਬ ਦੇ ਕੁਝ ਹੋਰ ਪ੍ਰਸਿੱਧ ਭੋਜਨ ਹਨ। ਪੰਜਾਬ ਵਿੱਚ ਸੈਰ ਸਪਾਟਾ। ਪੰਜਾਬ ਸੈਰ ਸਪਾਟੇ ਲਈ ਵੀ ਵਧੀਆ ਸੂਬਾ ਹੈ। ਤੁਸੀਂ ਕਿਲ੍ਹਿਆਂ, ਮਹਿਲਾਂ ਅਤੇ ਸਮਾਰਕਾਂ ਨੂੰ ਵੇਖ ਸਕਦੇ ਹੋ। ਹਰ ਇੱਕ ਦੂਜੇ ਨਾਲੋਂ ਸ਼ਾਨਦਾਰ ਅਤੇ ਵਧੇਰੇ ਸਜਾਵਟ ਵਾਲਾ ਹੈ। ਜਦੋਂ ਤੁਸੀਂ ਪੰਜਾਬ ਦਾ ਦੌਰਾ ਕਰੋਗੇ, ਤੁਸੀਂ ਦੇਖੋਗੇ ਕਿ ਲੋਕਾਂ ਦੀ ਦਰਿਆਦਿਲੀ ਉਹਨਾਂ ਦੇ ਪਕਵਾਨਾਂ ਵਾਂਗ ਹੀ ਸੱਚੀ ਹੈ। ਗੋਲਡਨ ਟੈਂਪਲ ਪੰਜਾਬ ਦੇ ਸਭ ਤੋਂ ਮਸ਼ਹੂਰ ਸੈਰ ਸਪਾਟਾ ਸਥਾਨਾਂ ਵਿੱਚੋਂ ਇੱਕ, ਜੋ ਕਿ ਵਿਸ਼ਵ ਵਿਆਪੀ ਭਾਈਚਾਰੇ ਦਾ ਸਬਕ ਸਿਖਾਉਂਦਾ ਹੈ। ਜਲਿਆਂਵਾਲਾ ਬਾਗ ਇੱਕ ਪ੍ਰਮੁੱਖ ਇਤਿਹਾਸਕ ਸਥਾਨ ਹੈ। ਮਹਿਲਾਂ ਅਤੇ ਅਜਾਇਬਘਰਾਂ ਦੇ ਨਾਲ ਇਸ ਦੀ ਸ਼ਾਨ ਹੋਰ ਵੱਧਦੀ ਹੈ। ਗੋਬਿੰਦਗੜ੍ਹ ਕਿਲ੍ਹਾ, ਰਾਮਬਾਗ ਪੈਲੇਸ, ਕਿਲ੍ਹਾ ਮੁਬਾਰਕ, ਪੁਰਾਣਾ ਮੋਤੀ ਬਾਗ, ਮਹਾਰਾਜਾ ਸ਼ੇਰ ਸਿੰਘ ਪੈਲੇਸ ਅਤੇ ਬਹਾਦਰਗੜ੍ਹ ਕਿਲ੍ਹਾ ਪੰਜਾਬ ਦੇ ਸਭ ਤੋਂ ਪ੍ਰਸਿੱਧ ਕਿਲ੍ਹਿਆਂ ਅਤੇ ਮਹਿਲਾਂ ਵਿੱਚੋਂ ਹਨ। ਇੱਥੇ ਫਿਲੌਰ ਦਾ ਕਿਲ੍ਹਾ ਹੈ, ਜੋ ਆਪਣੇ ਇਤਿਹਾਸਕ ਮਹੱਤਵ ਲਈ ਮਸ਼ਹੂਰ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਫੌਜੀ ਅੱਡੇ ਵਜੋਂ ਵਰਤਿਆ ਜਾਂਦਾ ਰਿਹਾ ਹੈ। ਕਿਲ੍ਹਾ ਮੁਬਾਰਕ ਇੱਕ ਹੋਰ ਕਿਲ੍ਹਾ ਹੈ ਜੋ ਵਿਸ਼ੇਸ਼ ਧਿਆਨ ਖਿੱਚਦਾ ਹੈ। ਇੱਥੇ ਬਹੁਤ ਸਾਰੇ ਕਿਲ੍ਹਿਆਂ, ਮਹਿਲਾਂ ਅਤੇ ਹੋਰ ਪ੍ਰਾਚੀਨ ਢਾਂਚੇ ਖੋਜ ਦਾ ਕੇਂਦਰ ਬਣ ਸਕਦੇ ਹਨ। ਪੰਜਾਬ ਦਾ ਸੱਭਿਆਚਾਰ, ਵਿਰਾਸਤ, ਇਤਿਹਾਸ ਅਤੇ ਜੰਗਲੀ ਜੀਵ ਇੱਥੇ ਆਏ ਸੈਲਾਨੀ ਨੂੰ ਵੱਖਰਾ ਅਨੁਭਵ ਪ੍ਰਦਾਨ ਕਰਦੇ ਹਨ। ਪੰਜਾਬ ਵਿੱਚ ਕਿੱਤੇ, ਬਹੁਤ ਸਾਰੇ ਪਾਣੀ ਦੇ ਸਰੋਤਾਂ ਅਤੇ ਚੰਗੀ ਗੁਣਵੱਤਾ ਵਾਲੀ ਮਿੱਟੀ ਦੇ ਕਾਰਨ ਪੰਜਾਬ ਦੀ ਆਰਥਿਕਤਾ ਹਰੀ ਕ੍ਰਾਂਤੀ ਤੋਂ ਬਾਅਦ ਮੁੱਖ ਤੌਰ ਤੇ ਖੇਤੀਬਾੜੀ ਆਧਾਰਿਤ ਰਹੀ ਹੈ। ਰਾਜ ਦਾ ਬਹੁਤਾ ਹਿੱਸਾ ਬਹੁਤ ਸਾਰੀਆਂ ਨਦੀਆਂ ਅਤੇ ਇੱਕ ਵਿਸ਼ਾਲ ਸਿੰਚਾਈ ਨਹਿਰੀ ਪ੍ਰਣਾਲੀ ਦੇ ਨਾਲ ਇੱਕ ਉਪਜਾਊ ਜਲ ਥਲ ਵਾਲੇ ਮੈਦਾਨ ਵਿੱਚ ਹੈ। ਕਣਕ ਸਭ ਤੋਂ ਵੱਧ ਉਗਾਈ ਜਾਣ ਵਾਲੀ ਫਸਲ ਹੈ। ਚਾਵਲ, ਕਪਾਹ, ਗੰਨਾ, ਮੋਤੀ ਬਾਜਰਾ, ਮੱਕੀ, ਜੌਂ ਅਤੇ ਫਲ ਹੋਰ ਪ੍ਰਮੁੱਖ ਫਸਲਾਂ ਹਨ। ਵੱਡੀ ਮਾਤਰਾ ਵਿੱਚ ਪਸ਼ੂਆਂ ਅਤੇ ਪੰਛੀਆਂ ਦਾ ਪਾਲਣ ਪੋਸ਼ਣ ਵੀ ਕੀਤਾ ਜਾਂਦਾ ਹੈ। ਸੂਤੀ, ਉੱਨੀ ਅਤੇ ਰੇਸ਼ਮ ਦੇ ਕੱਪੜੇ, ਧਾਤ ਦੇ ਉਤਪਾਦ ਅਤੇ ਮਸ਼ੀਨਰੀ, ਭੋਜਨ ਅਤੇ ਪੀਣ ਵਾਲੇ ਪਦਾਰਥ ਅਤੇ ਆਵਾਜਾਈ ਦੇ ਉਪਕਰਣ ਅਤੇ ਪੁਰਜ਼ੇ ਸਭ ਤੋਂ ਵੱਧ ਕਾਮਿਆਂ ਵਾਲੇ ਉਦਯੋਗ ਹਨ। ਜਿੱਥੇ ਪੰਜਾਬੀਆਂ ਨੂੰ ਆਪਣੀ ਦ੍ਰਿੜਤਾ ਲਈ ਮਸ਼ਹੂਰ ਕੀਤਾ ਜਾਂਦਾ ਹੈ, ਉੱਥੇ ਉਹਨਾਂ ਦਾ ਸੱਭਿਆਚਾਰ ਇਤਿਹਾਸਕ ਸੱਭਿਅਤਾਵਾਂ ਦੀ ਵਿਭਿੰਨ ਸ਼੍ਰੇਣੀ ਨੂੰ ਦਰਸਾਉਂਦਾ ਹੈ। ਪੰਜਾਬ ਵਿੱਚ ਮਹਿਮਾਨਾਂ ਨੂੰ ਰੱਬ ਦੇ ਨੁਮਾਇੰਦੇ ਸਮਝਿਆ ਜਾਂਦਾ ਹੈ ਅਤੇ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ। ਪੰਜਾਬ ਇੱਕ ਅਜਿਹਾ ਸਥਾਨ ਹੈ ਜਿੱਥੇ ਕਲਾਤਮਕਤਾ ਜੀਵਨ ਦੇ ਹਰ ਖੇਤਰ ਨੂੰ ਘੇਰਦੀ ਹੈ ਅਤੇ ਅਮੀਰੀ ਦੀ ਭਾਵਨਾ ਮਾਹੌਲ ਵਿੱਚ ਫੈਲੀ ਹੋਈ ਹੈ। ਧਾਤੂ ਦਾ ਕੰਮ, ਸੂਈ ਦਾ ਕੰਮ, ਕੰਧ ਚਿੱਤਰ, ਗਹਿਣੇ, ਮਿੱਟੀ ਦੀਆਂ ਕੰਧਾਂ ਦੀਆਂ ਪੇਂਟਿੰਗਾਂ, ਆਰਕੀਟੈਕਚਰ, ਲੋਕ ਸੰਗੀਤ ਅਤੇ ਨਾਚ ਸਾਰੇ ਇਸ ਉੱਤਰ ਪੱਛਮੀ ਭਾਰਤੀ ਰਾਜ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੇ ਹਨ। ਰਾਜ ਦੀ ਸੰਸਕ੍ਰਿਤੀ ਵਿਭਿੰਨ ਹੈ, ਜਿਸ ਵਿੱਚ ਇੱਕ ਅਮੀਰ ਅਤੀਤ ਦੇ ਨਾਲ ਇੱਕ ਪ੍ਰਫੁੱਲਤ ਸਮਾਜਿਕ ਦਰਿਸ਼ ਵੀ ਹੈ। ਪੰਜਾਬੀ ਸੱਭਿਆਚਾਰ, ਜੋ ਇੱਕ ਸਦੀ ਤੋਂ ਪੁਰਾਣਾ ਹੈ, ਆਪਣੀ ਸਹਿਣਸ਼ੀਲਤਾ, ਪ੍ਰਗਤੀਸ਼ੀਲਤਾ ਅਤੇ ਜੀਵਨ ਪ੍ਰਤੀ ਤਰਕਸ਼ੀਲ ਰਵੱਈਏ ਲਈ ਜਾਣਿਆ ਜਾਂਦਾ ਹੈ।